मेरे प्यारे पंजाबीओ, अज नवे साल दा पहला दिन है और तुहानू सारिਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਸਾਰਿਆਂ ਨੂੰ बहुत बहुत ਵਧਾਈ ਹੋਏ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਸੁਖੀ ਰੱਖਣ, ਤੁਹਾਡੇ ਪਰਿਵਾਰਾਂ ਨੂੰ ਸੁਖੀ ਰੱਖਣ ਔਰ ਤੁਹਾਡੀ ਇਸ ਸਾਲ ਚੜ੍ਹਦੀ ਕਲਾ ਹੋਏ ਔਰ ਤੁਸੀਂ ਹਰ ਵੇਲੇ ਜੋ ਤੁਹਾਡੀ ਮਨ ਦੀ ਖਾਹਿਸ਼ ਹੈ, ਜੋ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਵਾਹਿਗੁਰੂ ਤੁਹਾਨੂੰ ਮਦਦ ਕਰਨ ਉਹ ਪੂਰੀ ਕਰਨ ਦੀ। ਅੱਜ ਇੱਕ ਸਾਲ ਲੰਘਿਆ ਹੈ ਜਿਹੜਾ ਮੈਂ ਸਮਝਦਾ ਮੇਰੀ ਜ਼ਿੰਦਗੀ 'ਚ ਇੱਕ ਸਭ ਤੋਂ ਮਾੜਾ ਸਾਲ ਰਿਹਾ। ਪਹਿਲਾਂ ਤਾਂ ਕੋਵਿਡ ਆਇਆ। ਕੋਵਿਡ ਨੇ ਸਾਡੇ ਮਾਰਚ 22 ਤੋਂ ਲੈ ਕੇ ਹੁਣ ਤੱਕ ਇੱਥੇ ਆਪਣੇ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਸੀ। ਪੰਜਾਬੀਆਂ ਦੀ ਹਿੰਮਤ ਹੈ, ਪੰਜਾਬੀ ਸਾਡੇ ਡਾਕਟਰਾਂ ਦੀ, ਸਾਡੇ ਨਰਸਿਸ, ਸਾਡੇ ਪੈਰਾਮੈਡਿਕ, ਸਾਡੇ ਹੋਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਪੁਲਿਸ ਫੋਰਸ, ਜਿਨ੍ਹਾਂ ਨੇ ਵੀ ਉਹਦੀ ਲੜਾਈ ਲੜੀ ਹੈ। ਔਰ ਹਾਲਾਤ ਇਹ ਬਣ ਗਏ ਨੇ ਅੱਜ ਕਿ ਜ਼ਰੂਰ ਹੈ ਕਿ ਕੋਵਿਡ ਹਾਲੇ ਬਿਲਕੁਲ ख़त्म ਨਹੀਂ ਹੋਇਆ, ਲੇਕਿਨ ਉਹ ਜਿਹੜੇ ਆંકੜੇ ਨੇ ਨਾ, ਜਿਹੜੇ 3400 ਤੇ ਪਹੁੰਚੇ ਸੀ ਕਿ ਇੱਕ ਦਿਨ 'ਚ 3400 ਬੰਦੇ ਨੂੰ ਕੋਵਿਡ ਹੋ ਰਿਹਾ ਸੀ, ਹੁਣ ਅਸੀਂ 200 ਤੇ ਆ ਗਏ ਔਰ ਇਹ ਕੱਲ੍ਹ ਦੇ ਜਿਹੜੇ ਆંકੜੇ ਨੇ 212 ਹੈ। ਔਰ ਮੈਂ ਆਸ ਕਰਦਾ ਕਿ ਇਹ ਫਿਰ ਜਿਹੜੀ ਨਵੀਂ ਕੋਵਿਡ ਆਈ ਹੈ ਇਹ ਨਾ ਆਵੇ ਸਾਡੇ, ਲੇਕਿਨ ਆਪਾਂ ਨੂੰ ਖਿਆਲ ਰੱਖਣਾ ਪਊ, ਤੁਹਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਪਊ। ਔਰ ਤੁਸੀਂ ਜ਼ਰੂਰ ਪੰਜਾਬੀਆਂ ਦੀ ਬੜੀ ਹਿੰਮਤ ਹੈ ਕਿ ਉਹ ਸਮਝਦੇ ਨੇ ਕਿ ਅਸੀਂ ਇਸ ਸਾਰੀ ਚੀਜ਼ ਦੀ ਆਪਣੀ ਜੰਗ ਹੁਣ ਫਤਿਹ ਹੋ ਗਿਆ, ਪਰ ਨਹੀਂ। ਇਹ ਬਿਮਾਰੀਆਂ ਹੁਣ ਦੇਖੋ UK ਦੇ ਵਿੱਚ ਕੈਸੀ ਫੈਲ ਗਈ, ਸਾਰੇ ਯੂਰਪ ਦੇ ਵਿੱਚ ਕੋਈ ਨਵੀਂ ਸਟ੍ਰੇਨ ਆਈ ਹੈ, ਸਾਊਥ ਅਫਰੀਕਾ ਤੋਂ ਸਾਰੇ ਕਿਤੇ ਘੁੰਮ ਰਹੀ ਹੈ। ਅਤੇ ਮੈਂ ਆਸ ਕਰਦਾ ਹੁਣ ਵੀ ਤੁਸੀਂ ਇਹਦਾ ਆਪਣਾ ਧਿਆਨ ਰੱਖੋਗੇ ਤਾਂ ਕਿ ਤੁਹਾਡੇ ਪਰਿਵਾਰ ਸੁਰੱਖਿਅਤ ਰਹਿਣ ਸਾਰੇ। ਇਸ ਸਾਲ ਦੇ ਦੌਰਾਨ ਉਸ ਤੋਂ ਬਾਅਦ ਫਿਰ ਕਿਸਾਨਾਂ ਦਾ ਮਸਲਾ ਸ਼ੁਰੂ ਹੋ ਗਿਆ ਸੀ ਔਰ ਉਹ ਆਪਣੇ ਕਿਸਾਨ, ਪਹਿਲਾਂ ਤਾਂ ਮੈਂ ਕਿਸਾਨਾਂ ਨੂੰ ਵਧਾਈ ਦਿੰਦਾ ਕਿ ਦੇਖੋ ਤੁਸੀਂ ਅਗਰ ਆਪਣਾ ਕਰਨਾ ਚਾਹੁੰਦੇ ਹੋ ਕੋਈ ਧਰਨੇ, ਇਹ ਤੁਹਾਡਾ ਇੱਕ ਜਮਹੂਰੀ ਹੱਕ ਹੈ। ਤੁਹਾਡੇ ਸਾਡੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਅਧਿਕਾਰ ਦਿੱਤਾ ਹੈ ਕਿ ਅਸੀਂ ਕੋਈ ਅਗਰ ਆਪਣਾ ਧਰਨਾ ਲਾਉਣਾ ਹੈ ਜਾਂ ਕੋਈ ਹੋਰ ਪ੍ਰੋਟੈਸਟ ਕਰਨੀ ਹੈ, ਉਹ ਤੁਹਾਡਾ ਜਮਹੂਰੀ ਹੱਕ ਹੈ। ਲੇਕਿਨ ਜੋ ਤੁਸੀਂ ਕੀਤਾ ਹੈ ਸ਼ਾਂਤੀਪੂਰਵਕ, ਸ਼ਾਂਤੀ ਤਰੀਕੇ ਨਾਲ, ਇਹਦੀ ਵਧਾਈ ਤੁਹਾਨੂੰ। ਅੱਜ ਇੱਥੇ ਨਾ ਝਗੜਾ ਕੋਈ ਹੋਇਆ ਪੰਜਾਬ 'ਚ, ਨਾ ਤੁਸੀਂ ਦਿੱਲੀ ਦੇ ਹੁਣ ਬਾਰਡਰ 'ਤੇ ਬੈਠੇ ਹੋ ਉੱਥੇ ਕਿਸੇ ਨੇ ਝਗੜਾ ਹੋਣ ਦਿੱਤਾ। ਇਹੀ ਸ਼ਾਂਤੀ ਦੇ ਨਾਲ ਹੀ ਤੁਸੀਂ ਤੁਸੀਂ ਦੁਨੀਆ ਦਾ ਦਿਲ ਜਿੱਤ ਲਿਆ ਇਸ ਕੰਮ ਨਾਲ ਕਿ ਤੁਸੀਂ ਸ਼ਾਂਤੀ ਦੇ ਤਰੀਕੇ ਨਾਲ ਤੁਸੀਂ ਆਪਣੀ ਇਹ ਕੀਤਾ ਆਪਣਾ ਧਰਨਾ, ਉਰੇ ਵੀ ਜੋ ਪੰਜਾਬ ਦੇ ਵਿੱਚ ਸੀ ਜਾਂ ਹੁਣ ਦਿੱਲੀ ਦੇ ਵਿੱਚ। ਔਰ ਨਾਲ ਦੇ ਨਾਲ ਹੀ ਇਹ ਰਿਕਾਰਡ ਸਾਲ ਹੈ। ਤੁਹਾਨੂੰ ਵਧਾਈ ਇਸ ਗੱਲ ਦੀ ਵੀ ਕਿ ਇੰਨੀ ਕਣਕ ਜਿੰਨੀ ਅਸੀਂ ਪੈਦਾਵਾਰ ਕੀਤੀ ਹੈ ਨਾ, ਝੋਨਾ ਪਹਿਲਾਂ ਜੋ ਪੈਦਾਵਾਰ ਅਸੀਂ ਕੀਤਾ ਕਦੇ ਪਹਿਲਾਂ ਦੇ ਪੰਜਾਬ ਦੇ ਵਿੱਚ ਨਹੀਂ ਹੋਏ। ਇਹਦੇ ਬਾਵਜੂਦ ਕਿ ਲੱਖ ਕਿੱਲੇ ਜ਼ਮੀਨ ਹੁਣ ਉੱਥੋਂ ਝੋਨੇ ਤੋਂ ਨਿਕਲ ਕੇ ਨਰਮੇ ਦੇ ਵਿੱਚ ਗਈ ਹੈ, ਉਹਦੇ ਬਾਵਜੂਦ ਝੋਨੇ ਦਾ ਰਿਕਾਰਡ ਹੈ ਔਰ ਕਣਕ ਦਾ ਰਿਕਾਰਡ ਹੈ। ਇਹ ਵੀ ਕਿਸਾਨਾਂ ਦੀ ਹਿੰਮਤ ਹੈ ਤੁਹਾਡੀ। ਤੋ ਪੰਜਾਬ ਨੇ ਹਰ ਪੱਖੋਂ ਆਪਣੀ ਡਿਊਟੀ ਨਿਭਾਈ ਹੈ ਆਪਣੇ ਦੇਸ਼ ਪ੍ਰਤੀ। ਔਰ ਸਾਡੇ ਇੰਡਸਟਰੀਅਲਿਸਟ ਇਹਦੇ ਬਾਵਜੂਦ ਕਿ ਕਰੋਨਾ ਦੇ ਸਮੇਂ ਬੰਦ ਹੋ ਗਏ, ਜੈਸੇ ਮਿਸਾਲ ਦੇ ਤੌਰ 'ਤੇ ਲੁਧਿਆਣੇ 'ਚ 2,40,000 ਇੰਡਸਟਰੀ ਹੈ, ਉਹ ਸਾਰੀ ਬੰਦ ਹੋ ਗਈ ਸੀ, ਹੁਣ ਸਾਰੀ ਫਿਰ ਚੱਲ ਪਈ ਹੈ। ਔਰ ਪੰਜਾਬੀਆਂ ਦੀ ਹਿੰਮਤ ਕਿ ਫਿਰ ਤੁਸੀਂ ਆਪਣੀ ਪ੍ਰੋਡਕਸ਼ਨ ਵਗੈਰਾ ਤੁਸੀਂ ਚੱਕ ਕੇ ਉੱਪਰ ਪਹੁੰਚਾ ਰਹੇ ਹੋ ਔਰ ਸਾਰੀ ਦੁਨੀਆ ਮੰਨ ਰਹੀ ਹੈ ਕਿ ਪੰਜਾਬ ਇੰਡਸਟਰੀਅਲਿਸਟ ਫਿਰ ਤੁਰ ਪਿਆ ਹੈ। ਤੋ ਚਾਹੇ ਖੇਤੀਬਾੜੀ ਦਾ ਹੋਏ, ਸਾਡੇ ਇੰਡਸਟਰੀ ਦਾ ਹੋਏ, ਸਾਡੇ ਟ੍ਰੇਡ ਦੇ ਵਿੱਚ ਹੋਏ, ਪਿਛਲੇ ਸਾਲ ਇਹਦੇ ਬਾਵਜੂਦ ਕਿ ਹਾਲਾਤ ਮਾੜੇ ਸੇ, ਤੁਸੀਂ ਆਪਣੀ ਡਿਊਟੀ ਨਿਭਾਉਂਦੇ ਰਹੇ, ਇਹਦੀ ਮੈਂ ਵਧਾਈ ਦਿੰਦਾ ਤੁਹਾਨੂੰ। ਤੋ ਅੱਜ ਨਵਾਂ ਸਾਲ ਆ ਗਿਆ ਔਰ ਮੈਂ ਆਸ ਕਰਦਾ ਕਿ ਇਹ ਸਾਲ ਇੱਕ ਨਵੇਂ ਤਰੀਕੇ ਨਾਲ ਅੱਗੇ ਵਧੂਗਾ। ਕਿਸਾਨੀ ਦਾ ਮਸਲਾ ਹੱਲ ਹੋਊ, ਹੋਰ ਜਿਹੜੇ ਥੋੜ੍ਹੀ ਤਕਲੀਫਾਂ ਨੇ ਆਪਣੇ ਪੰਜਾਬ 'ਚ ਆਪਾਂ ਦੂਰ ਕਰ ਸਕਾਂਗੇ। ਡਿਵੈਲਪਮੈਂਟ ਦੇ ਕੰਮ ਨੇ ਕੁਛ ਜਿਹੜੇ ਸਾਨੂੰ ਕਰਨੇ ਪੈਣਗੇ। ਦੇਖੋ ਇੱਕ ਯੁੱਗ ਆ ਗਿਆ ਹੁਣ ਇਲੈਕਟ੍ਰੋਨਿਕਸ ਦਾ, ਔਰ ਹਰ ਸਾਲ ਦੁਨੀਆ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਔਰ ਇਹ ਉਹ ਜ਼ਮਾਨਾ ਨਹੀਂ 100 ਸਾਲ ਪਹਿਲਾਂ ਦਾ ਕਿ ਆਹਿਸਤਾ ਆਹਿਸਤਾ ਕੰਮ ਚੱਲਦਾ ਸੀ। ਹੁਣ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਔਰ ਉਹੀ ਤੇਜ਼ੀ ਨਾਲ ਅੱਗੇ ਅਗਰ ਆਪਣੇ ਪੰਜਾਬ ਨੂੰ ਆਪਾਂ ਨੇ ਅੱਗੇ ਵਧਾਉਣਾ ਤਾਂ ਆਪਾਂ ਨੂੰ ਉਹੀ ਤਰੀਕੇ ਨਾਲ ਆਪਾਂ ਨੂੰ ਤੇਜ਼ੀ ਨਾਲ ਕੰਮ ਕਰਨਾ ਪਊ। ਅਤੇ ਮੈਂ ਆਸ ਕਰਦਾ ਕਿ ਚਾਹੇ ਇਲੈਕਟ੍ਰੋਨਿਕਸ ਹੋਏ, ਚਾਹੇ ਸਾਡੇ ਕਮਿਊਨੀਕੇਸ਼ਨ ਸਿਸਟਮ ਹੋਣ, ਚਾਹੇ ਕੁਛ ਤੁਹਾਡੀ ਇੰਡਸਟਰੀ ਹੋਵੇ, ਨਵੀਂ ਕਿਸਮ ਦੀ ਇੰਡਸਟਰੀ ਲੱਗ ਰਹੀ ਹੈ, ਬਹੁਤ ਨਵੀਂ ਇੰਡਸਟਰੀ ਆ ਰਹੀ ਹੈ ਪੰਜਾਬ 'ਚ। ਇਹ ਨਾ ਸਮਝੋ ਕਿ ਇਹ ਕੋਵਿਡ ਵਗੈਰਾ ਕਰਕੇ ਕੰਮ ਦਬ ਗਿਆ।
65,000 ਤੋਂ 70,000 ਕਰੋੜ ਰੁਪਏ ਤੱਕ ਸਾਡੀ ਧਰਤੀ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ ਨੇ ਇਸ ਵੇਲੇ, ਜੈਸੇ ਮੈਂ ਬੋਲ ਰਿਹਾ ਤੁਹਾਡੇ ਨਾਲ। ਔਰ ਇਹ ਕਿਉਂ? ਕਿਉਂਕਿ ਇੱਕ ਤਾਂ ਪੰਜਾਬੀਆਂ 'ਚ ਕੰਮ ਕਰਨ ਦੀ ਬੜੀ ਹਿੰਮਤ ਹੈ, ਦੂਸਰਾ ਕੋਵਿਡ ਦਾ ਕੰਟਰੋਲ ਸਾਡਾ ਅੱਛਾ ਹੋ ਗਿਆ ਹੈ, ਔਰ ਤੀਸਰਾ ਕੋਈ ਅਸੀਂ ਝਗੜਾ ਨਹੀਂ ਹੋਣ ਦਿੱਤਾ ਪੰਜਾਬ 'ਚ, ਖੂਨ ਖਰਾਬਾ ਨਹੀਂ ਹੋਇਆ, ਕੁਛ ਨਹੀਂ ਹੋਇਆ। ਜਦ ਖੂਨ ਖਰਾਬਾ ਹੁੰਦਾ ਹੈ, ਝਗੜਾ ਹੁੰਦਾ ਹੈ, ਤਾਂ ਲੋਕ ਭੱਜ ਜਾਂਦੇ ਨੇ ਕਿਸੇ ਸਟੇਟ ਤੋਂ। ਇੱਥੇ ਸਾਡੀ ਹਿੰਮਤ ਦੇਖ ਕੇ ਔਰ ਦੇਖ ਕੇ ਕਿ ਕਿਸ ਤਰੀਕੇ ਨਾਲ ਪੰਜਾਬ ਆਪਣਾ ਕੰਮ ਕਰ ਰਿਹਾ, ਲੋਕ ਇੱਧਰ ਨੂੰ ਆ ਰਹੇ ਨੇ। ਤਾਂ ਇਹ ਸਾਡੇ ਵਾਸਤੇ ਜ਼ਰੂਰੀ ਹੈ, ਕਿਉਂਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਹੁਣ ਪੜ੍ਹ ਕੇ ਆਉਣ, ਯੂਨੀਵਰਸਿਟੀਆਂ 'ਚ ਆਉਣ, ਕਾਲਜਾਂ 'ਚ ਆਉਣ, ਬਾਹਰ ਨਾ ਜਾਣ, ਉਰੀ ਇੱਥੇ ਅਸੀਂ ਉਹਨਾਂ ਵਾਸਤੇ ਪ੍ਰਬੰਧ ਕਰ ਸਕੀਏ ਕਿ ਇੱਥੇ ਹੀ ਅਸੀਂ ਉਹਨਾਂ ਦੀ ਨੌਕਰੀਆਂ ਦਈਏ ਤਾਂ ਕਿ ਇੱਥੇ ਲੱਗ ਸਕਣ। ਮੇਰੇ ਕਿਸਮਤ ਵਿੱਚ ਇਹ ਦੂਸਰੀ ਵਾਰ ਇੱਕ ਇਹੋ ਜਿਹੇ ਵਾਕਿਆਤ ਆਏ ਨੇ ਜਿਹੜੇ ਮੈਂ ਨਹੀਂ ਸਮਝ ਸਕਦਾ ਸੀ ਕਿ ਕਿਉਂ ਵਾਹਿਗੁਰੂ ਨੇ ਮੈਨੂੰ ਚੁਣਿਆ। ਕਿਉਂਕਿ ਪਿਛਲੀ ਵਾਰ ਮਹਾਰਾਜ 10ਵੇਂ ਪਾਤਸ਼ਾਹ ਦਾ 350 ਸਾਲਾ ਸੀ ਜਦੋਂ ਮੇਰੀ ਪਿਛਲੀ ਸਰਕਾਰ ਸੀ 2002 ਤੋਂ 7 ਤੱਕ, ਔਰ ਐਤਕੀ ਆਪਣੇ ਗੁਰੂ ਪਹਿਲੀ ਪਾਤਸ਼ਾਹੀ ਦਾ 550ਵਾਂ ਸਾਲ ਇਸ ਮੇਰੇ ਸਰਕਾਰ ਦੇ ਦੌਰਾਨ ਆਇਆ, ਔਰ ਹੁਣ ਆਪਾਂ ਮਨਾਉਣ ਜਾ ਰਹੇ ਹਾਂ 9ਵੇਂ ਪਾਤਸ਼ਾਹ ਦਾ 400 ਸਾਲਾ ਦਾ ਜਨਮ ਦਿਹਾੜਾ। ਅਤੇ ਇਸ ਸਮੇਂ 'ਚ 9ਵੇਂ ਪਾਤਸ਼ਾਹ ਨੇ ਇਸ ਆਪਣੀ ਜ਼ਿੰਦਗੀ ਦੇ ਵਿੱਚ ਇਹਨੇ ਇਹੋ ਜਿਹਾ ਵੱਡਾ ਕਾਰਨਾਮਾ ਕੀਤਾ ਕਿ ਉਹਨਾਂ ਦਾ ਨਾਮ ਪੂਰੇ ਹਿੰਦੁਸਤਾਨ 'ਚ ਲੋਕ ਜਾਣਦੇ ਨੇ, ਹਿੰਦ ਦੀ ਚਾਦਰ, ਕਿਉਂਕਿ ਆਪਣੇ ਕਸ਼ਮੀਰੀ ਪੰਡਤਾਂ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਤਾਂ ਇਹ ਇਸ ਤੋਂ ਵੱਡੀ ਮਿਸਾਲ ਨਹੀਂ ਹੋ ਸਕਦੀ ਕਿ ਹਿੰਦੂ ਔਰ ਸਿੱਖ ਭਾਈਚਾਰਾ ਇੱਕ ਸਾਥ ਚੱਲਦਾ ਆਇਆ ਔਰ ਚੱਲਦਾ ਹੀ ਰਹੂਗਾ। ਮੇਰਾ ਤਾਂ ਅੱਜ ਬਸ ਇੰਨਾ ਹੀ ਹੈ। ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਡੇ ਪੰਜਾਬ ਨੂੰ ਸੁਖੀ ਰੱਖਣ, ਔਰ ਇਸ ਜਿਹੜੀ ਸੰਕਟ ਦੇ ਵਿੱਚੋਂ ਅਸੀਂ ਗੁਜ਼ਰੇ ਹਾਂ ਉਹ ਸੰਕਟ ਫੇਰ ਕਦੇ ਨਾ ਸਾਡੇ ਪੰਜਾਬ ਆਏ, ਔਰ ਪੰਜਾਬੀਆਂ ਦੇ ਪਰਿਵਾਰ ਸੁਖੀ ਰਹਿਣ, ਔਰ ਤੁਸੀਂ ਸਾਰੇ ਇਸ ਆਉਂਦੇ ਸਾਲ ਦੇ ਵਿੱਚ ਹੱਸਦੇ ਖੇਡਦੇ ਰਹੋ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ।